ਸੋ ਜਲੰਧਰ ਜ਼ਿਲ੍ਹੇ ਦੇ ਵਿੱਚ ਕੋਵਿਡ 19 ਦੇ ਜਿਹੜੀ ਲੇਟੈਸਟ ਪੋਜੀਸ਼ਨ ਨੂੰ ਲੈ ਕੇ ਮੈਂ ਆਪ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹ ਰਿਹਾ ਸੀਗਾ। ਸੋ ਪਿੱਛੇ ਅਸੀਂ ਦੇਖ ਰਹੇ ਸੀਗੇ ਵੀ ਜਲੰਧਰ ਜ਼ਿਲ੍ਹੇ ਦੇ ਵਿੱਚ ਬਾਹਰ ਦੇ ਮਰੀਜ਼ ਜਿਹੜੇ ਸਟੇਟ ਤੋਂ ਬਾਹਰ ਦੇ ਮਰੀਜ਼ ਸੀਗੇ, ਦਿੱਲੀ ਤੋਂ, ਹਰਿਆਣਾ ਤੋਂ ਤੇ ਯੂਪੀ ਤੋਂ, ਆਲਮੋਸਟ ਸਾਡੇ ਕੋਲ 300 ਤੋਂ ਵੱਧ ਮਰੀਜ਼ ਬਾਹਰ ਦੇ ਆ ਗਏ ਸੀਗੇ ਤੇ ਉਹਦੇ ਕਰਕੇ ਸਾਡੇ ਹਸਪੀਟਲ ਦੇ ਉੱਤੇ ਕਾਫੀ ਰਸ਼ ਵੱਧ ਰਿਹਾ ਸੀਗਾ। ਬਟ ਹੁਣ ਜਿਹੜੀ ਹੈਗੀ ਹੈ ਅਸੀਂ ਹੋਰ ਹਸਪੀਟਲਸ ਨਾਲ ਤਾਲਮੇਲ ਕਰਕੇ ਸਾਰੇ ਬੈੱਡ ਵਧਾ ਲਏ ਸੀਗੇ। ਇਸ ਸਮੇਂ ਵੀ ਤਕਰੀਬਨ 20% ਜਿਹੜਾ ਪੇਸ਼ੈਂਟ ਹੈ ਉਹ ਸਟੇਟ ਤੋਂ ਬਾਹਰ ਦਾ ਹੈਗਾ। ਫਿਰ ਵੀ ਹੁਣ ਜਿਹੜੀ ਹੈਗੀ ਹਸਪਤਾਲਾਂ, ਸਾਰੇ ਹਸਪਤਾਲਾਂ ਦੇ ਵਿੱਚ ਬੈੱਡਸ ਨੂੰ ਲੈ ਕੇ ਕੰਫਰਟੇਬਲ ਪੋਜੀਸ਼ਨ ਬਣੀ ਹੋਈ ਹੈ। ਇਸ ਸਮੇਂ ਜਿਹੜੇ ਸਾਡੇ 611 ਬੈੱਡ ਜਿਹੜੇ ਹੈਗੇ ਆਕਸੀਜਨ ਦੇ ਉਹ ਖਾਲੀ ਨੇ ਤੇ ਵੈਂਟੀਲੇਟਰ ਦੇ ਵੀ ਬੈੱਡ ਜਿਹੜੇ ਹੈਗੇ ICU ਬੈੱਡ 118 ਇਹ ਖਾਲੀ ਨੇ। ਸੋ ਇਸ ਸਮੇਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਬੈੱਡਸ ਨੂੰ ਲੈ ਕੇ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਤੇ ਇੱਕ ਚੰਗੀ ਗੱਲ ਜਿਹੜੀ ਮੈਂ ਪਿਛਲੇ ਲਗਭਗ 2-3 ਹਫ਼ਤਿਆਂ ਦੇ ਟ੍ਰੈਂਡ ਦੇ ਵਿੱਚ ਪਿਛਲੇ 3-4 ਦਿਨਾਂ ਦੇ ਵਿੱਚ ਹੀ ਦੇਖਣ 'ਚ ਮਿਲੀ ਹੈ ਵੀ ਜਿੰਨੇ ਨਵੇਂ ਮਰੀਜ਼ ਆ ਰਹੇ ਨੇ ਡਿਸਚਾਰਜ ਵੀ ਉਹਨੇ ਹੋਣ ਲੱਗ ਗਏ ਨੇ। ਸੋ ਸਾਡਾ ਜਿਹੜਾ ਟੋਟਲ ਪੇਸ਼ੈਂਟ ਨੰਬਰ ਆਫ ਪੇਸ਼ੈਂਟ ਜਿਹੜੇ ਆਕਸੀਜਨ ਬੈੱਡ ਜਿਹਨੂੰ ਅਸੀਂ ਲੈਵਲ 2 ਕਹਿੰਦੇ ਹਾਂ ਤੇ ਲੈਵਲ 3 ICU ਬੈੱਡ ਦੇ ਉੱਤੇ ਜਿਹੜਾ ਟੋਟਲ ਪੇਸ਼ੈਂਟ ਹੈ ਉਹ ਪਿਛਲੇ 3-4 ਦਿਨਾਂ ਦਾ ਇੱਕ ਸਥਿਰ ਬਣਿਆ ਹੋਇਆ। ਸੋ ਮੈਨੂੰ ਉਮੀਦ ਹੈ ਵੀ ਅਸੀਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੇਸ਼ੈਂਟ ਲੋਡ ਪੀਕ ਲੈਵਲ 'ਤੇ ਪਹੁੰਚ ਗਿਆ ਹੈ ਐਂਡ ਸਾਡੀ ਇਹੀ ਉਮੀਦ ਹੈ ਵੀ ਅੱਗੇ ਇਹ ਪੀਕ ਤੋਂ ਬਾਅਦ ਡਿਕਲਾਈਨ ਹੋਣਾ ਚਾਹੀਦਾ ਹੈ। ਸੋ ਸਾਡੀ ਇਸ ਸਮੇਂ ਬੈੱਡਸ ਨੂੰ ਲੈ ਕੇ ਇੱਕ ਕੰਫਰਟੇਬਲ ਸਿਚੁਏਸ਼ਨ ਬਣੀ ਹੈ ਤੇ ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦਾ ਵੀ ਜਲੰਧਰ ਨਿਵਾਸੀਆਂ ਨੂੰ ਵੀ ਕੋਈ ਘਬਰਾਉਣ ਦੀ ਇਸ ਬਾਬਤ ਲੋੜ ਨਹੀਂ ਹੈ। ਆਕਸੀਜਨ ਦੀ ਵੀ ਸਾਡੇ ਪਿੱਛੇ ਕਾਫੀ ਜਿੱਦਾਂ ਗਵਰਨਮੈਂਟ ਆਫ ਇੰਡੀਆ ਤੋਂ ਸਪਲਾਈ ਲਾਈਨ ਆਉਂਦੀ ਹੈ ਆਕਸੀਜਨ ਦੀ, ਉਹ ਵੀ ਅਸੀਂ ਕਾਫੀ ਜੰਗੀ ਪੱਧਰ 'ਤੇ ਆਕਸੀਜਨ ਦੇ ਉੱਤੇ ਕੰਮ ਕੀਤਾ ਤੇ ਬੋਕਾਰੋ ਤੋਂ ਵੀ ਅਸੀਂ ਸਪੈਸ਼ਲ ਸਪਲਾਈ ਲਾਈਨਸ ਜਲੰਧਰ ਡਿਸਟ੍ਰਿਕਟ ਦੇ ਵਿੱਚ ਇਨਸ਼ੋਰ ਕੀਤੀਆਂ ਨੇ। ਸੋ ਟਰੱਕ ਸਾਡਾ ਜਿਹੜਾ ਬੋਕਾਰੋ ਤੋਂ ਆ ਰਿਹਾ ਹੈ ਉਹ ਬਿਲਕੁਲ ਅਨਲੋਡ ਕਰਕੇ ਉਹਨੂੰ ਫਾਸਟ ਤਰੀਕੇ ਨਾਲ ਪਹੁੰਚਾਉਣ ਲਈ ਅਸੀਂ ਉਹਨੂੰ ਏਅਰਕ੍ਰਾਫਟ ਤੋਂ ਏਅਰਲਿਫਟ ਕਰਾ ਰਹੇ ਹਾਂ। ਸੋ ਜਿਹੜਾ ਵੀ ਜਲੰਧਰ ਨੂੰ ਟਰੱਕ ਬੋਕਾਰੋ ਤੋਂ ਆ ਰਿਹਾ ਉਹਨੂੰ ਅਸੀਂ ਚੰਡੀਗੜ੍ਹ ਏਅਰਫੋਰਸ ਭੇਜ ਕੇ ਏਅਰਫੋਰਸ ਦੇ ਹਵਾਈ ਜਹਾਜ਼ ਦੇ ਵਿੱਚ ਲੋਡ ਕਰਕੇ ਬੋਕਾਰੋ ਭਿਜਵਾ ਰਹੇ ਹਾਂ ਤਾਂ ਕਿ ਸਾਡਾ ਟਰਨ ਅਰਾਊਂਡ ਟਾਈਮ ਘਟੇ। ਇਹ ਕਰਕੇ ਸਾਡਾ ਜਿਹੜਾ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਅਸੀਂ ਆਕਸੀਜਨ ਦੀ ਵੀ ਸਥਿਤੀ 'ਤੇ ਪੂਰਨ ਤੌਰ 'ਤੇ ਕਾਬੂ ਪਾ ਲਿਆ। ਹੁਣ ਸਾਡੇ ਕੋਲ ਜਿਹੜੇ 2 ਪਲਾਂਟ ਸੀਗੇ ਉਹ ਸਾਰਿਆਂ ਦੇ ਵਿੱਚ ਲਿਕੁਇਡ ਆਕਸੀਜਨ ਫਿਲਡ ਨੇ, ਜਿੱਥੇ ਥੋੜ੍ਹਾ ਜਿਹਾ ਜਿਹੜੇ ਏਅਰ ਸੈਪਰੇਟਰ ਯੂਨਿਟ ਵੀ ਲੱਗੇ ਨੇ ਉਹ ਵੀ ਕੰਮ ਕਰ ਰਹੇ ਨੇ ਤੇ ਤੀਜਾ ਪਲਾਂਟ ਵੀ ਜਿਹੜਾ ਸਾਡਾ ਨਹੀਂ ਚੱਲ ਰਿਹਾ ਸੀ ਉੱਥੇ ਵੀ ਅਸੀਂ ਲਿਕੁਇਡ ਆਕਸੀਜਨ ਦਾ ਰਿਜ਼ਰਵ ਕ੍ਰੀਏਟ ਕਰ ਲਿਆ। ਸੋ ਪੂਰੇ ਪੱਖੋਂ ਸਾਡੀ ਜਿਹੜੀ ਹੁਣ ਬੈੱਡਸ ਤੇ ਆਕਸੀਜਨ ਅਵੇਲੇਬਿਲਿਟੀ ਦੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਪੂਰਨ ਰੂਪ ਤੋਂ ਫੁੱਲ ਤਿਆਰੀਆਂ ਨੇ। ਇੱਕ ਅਸੀਂ ਪਿੱਛੇ ਪੇਸ਼ੈਂਟਸ ਦੀ ਥੋੜ੍ਹੀ ਹੋਰ ਦਿੱਕਤ ਆ ਰਹੀ ਸੀਗੀ, ਹੌਲੀ ਹੌਲੀ ਉਹਨਾਂ ਨੂੰ ਵੀ ਐਡਰੈਸ ਕਰ ਰਹੇ ਹਾਂ ਵੀ ਅੱਜ ਕੱਲ੍ਹ ਕੀ ਦੇਖਣ 'ਚ ਆਇਆ ਟ੍ਰੈਂਡ ਵੀ ਕੋਵਿਡ ਦੇ ਮਰੀਜ਼ ਕੋਵਿਡ ਤੋਂ ਤਾਂ ਉਹ ਰਿਕਵਰ ਕਰ ਜਾਂਦੇ ਨੇ ਤਾਂ ਕੋਵਿਡ ਉਹਨਾਂ ਦੀ ਨੈਗੇਟਿਵ ਰਿਪੋਰਟ ਆ ਜਾਂਦੀ ਹੈ। ਫਿਰ ਵੀ ਉਹਨਾਂ ਦੀ ਜਿਹੜੀ ਹੈ ਆਕਸੀਜਨ ਰਿਕੁਆਇਰਮੈਂਟ ਰਹਿੰਦੀ ਹੈ ਵੀ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ 95% ਨੈਚੁਰਲ ਨਹੀਂ ਰਹਿੰਦੀ ਤੇ ਉਹਨਾਂ ਨੂੰ ਹਸਪੀਟਲਸ ਪ੍ਰੈਸਕ੍ਰਾਈਬ ਕਰ ਰਹੇ ਸੀਗੇ ਵੀ ਤੁਸੀਂ ਆਕਸੀਜਨ ਸਿਲੰਡਰਸ ਘਰੇ ਰੱਖ ਲਓ। ਉੱਥੇ ਦਿੱਕਤ ਇਹ ਆ ਰਹੀ ਸੀਗੀ ਵੀ ਕਿਉਂਕਿ ਆਕਸੀਜਨ ਸਿਲੰਡਰਸ ਜੇਕਰ ਬਹੁਤ ਜ਼ਿਆਦਾ ਘਰ ਚਲੇ ਜਾਣਗੇ ਤਾਂ ਕਈ ਵਾਰ ਹਸਪਤਾਲਾਂ ਦੇ ਰੋਟੇਸ਼ਨ 'ਚੋਂ ਨਿਕਲ ਜਾਂਦੇ ਨੇ। ਸੋ ਇਸ ਕਰਕੇ ਅਸੀਂ ਉਸ ਚੀਜ਼ 'ਤੇ ਥੋੜ੍ਹੀ ਰੋਕ ਲਗਾਈ ਸੀਗੀ। ਹੁਣ ਕੱਲ੍ਹ ਤੋਂ ਇੱਕ ਤਾਂ ਅਸੀਂ ਸਿਸਟਮ ਇਹ ਚਲਾਇਆ ਵੀ ਸਪੈਸ਼ਲ ਸਿਵਲ ਹਸਪਤਾਲ ਦੇ ਵਿੱਚ 30 ਬੈੱਡ ਦਾ ਵਾਰਡ ਐਸਟੈਬਲਿਸ਼ ਕੀਤਾ ਹੈ ਜਿੱਥੇ ਕੋਵਿਡ ਨੈਗੇਟਿਵ ਪੇਸ਼ੈਂਟ ਜਿਹੜੇ ਕੋਵਿਡ ਤੋਂ ਰਿਕਵਰ ਕਰ ਗਏ ਨੇ, ਜਿਨ੍ਹਾਂ ਦੀ ਨੈਗੇਟਿਵ ਰਿਪੋਰਟ ਆ ਗਈ ਹੈ ਫਿਰ ਵੀ ਆਕਸੀਜਨ ਸੈਚੂਰੇਸ਼ਨ ਨਹੀਂ ਮੇਨਟੇਨ ਕੀਤੀ, ਉਹ 30 ਬੈੱਡ ਦੀ ਸਪੈਸ਼ਲ ਫੈਸਿਲਿਟੀ ਚਾਲੂ ਕੀਤੀ ਜਿੱਥੇ ਅਸੀਂ ਆਕਸੀਜਨ ਕੌਨਸਨਟ੍ਰੇਟਰ ਰੱਖ ਕੇ ਉਹਨਾਂ ਦਾ ਉੱਥੇ ਜਿੰਨੇ ਮਰਜ਼ੀ ਦਿਨ ਐਕਸਟਰਾ ਰਹੋ, ਫ੍ਰੀ ਖਾਣਾ ਵੀ ਮੁਹੱਈਆ ਕਰਾਇਆ ਜਾਊਗਾ ਤੇ ਆਕਸੀਜਨ ਕੌਨਸਨਟ੍ਰੇਟਰ ਦੇ ਥਰੂ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ ਵੀ ਮੇਨਟੇਨ ਕੀਤੀ ਜਾਊਗੀ। ਅੱਜ ਅਸੀਂ ਇੱਕ ਹੋਰ ਨਵਾਂ ਉਪਰਾਲਾ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਦੇ ਥਰੂ ਲਾਂਚ ਕਰਨ ਲੱਗੇ ਹਾਂ ਜਿਹਦੇ ਵਿੱਚ ਅਸੀਂ ਆਕਸੀਜਨ ਕੌਨਸਨਟ੍ਰੇਟਰ ਘਰ ਲਈ ਵੀ ਦੇਵਾਂਗੇ। ਸੋ ਉਹਦੇ ਵਿੱਚ ਮੋਡਸ ਆਪਰੈਂਡੀ ਜਾਂ ਕਰਨ ਦਾ ਤਰੀਕਾ ਇਹ ਰਹੂਗਾ ਵੀ ਜਿਹੜਾ ਹਸਪੀਟਲ ਪ੍ਰੈਸਕ੍ਰਾਈਬ ਕਰਦਾ ਹੈ ਇੱਕ ਤਾਂ ਉਹਦੀ ਪ੍ਰੈਸਕ੍ਰਿਪਸ਼ਨ ਦੀ ਸਲਿੱਪ ਸਾਨੂੰ ਚਾਹੀਦੀ ਹੋਊਗੀ, ਉਹ ਅਸੀਂ ਜਿਹੜਾ ਹੈਗਾ ਸੈਕਟਰੀ ਰੈੱਡ ਕਰਾਸ ਨੂੰ ਉਹਦਾ ਇੰਚਾਰਜ ਬਣਾਇਆ, ਉੱਥੇ ਅਸੀਂ 30 ਆਕਸੀਜਨ ਕੌਨਸਨਟ੍ਰੇਟਰ ਦੇਵਾਂਗੇ ਤਾਂ ਕਿ ਜਿਹੜਾ ਹਸਪੀਟਲ ਦੀ ਇਹ ਜ਼ਿੰਮੇਵਾਰੀ ਹੋਏਗੀ ਵੀ ਉਹ ਆਪਣਾ ਕੋਈ ਇੱਕ ਨਰਸਿੰਗ ਸਟਾਫ ਜਿਹੜਾ ਇਹਦੇ ਵਿੱਚ ਟ੍ਰੇਨਡ ਹੋ ਘਰੇ ਜਾ ਕੇ ਪੇਸ਼ੈਂਟ ਦੇ ਉਹ ਸੈਟਅਪ ਕਰਾ ਕੇ ਚਲਾ ਕੇ ਆ ਜਾਵੇ। ਪਲੱਸ ਉੱਥੇ ਜਿਹੜਾ ਹੈਗਾ ਅਸੀਂ ਇੱਕ ਨੋਮੀਨਲ ਜਿਹਾ ਰੈਂਟ ਰੱਖਿਆ ਤਾਂ ਕਿ ਕੋਈ ਇਸ ਟਾਈਪ ਦਾ ਮਿਸਯੂਜ਼ ਨਾ ਹੋਵੇ ਵੀ ਜਿਨ੍ਹਾਂ ਨੂੰ ਲੋਡ ਨਹੀਂ ਹੈ ਉਹ ਵੀ ਲੈ ਰਹੇ ਹੋਣ ਆਕਸੀਜਨ ਕੌਨਸਨਟ੍ਰੇਟਰ। ਸੋ ਉਹ ਅਸੀਂ ਫੈਸਿਲਿਟੀ ਚਾਲੂ ਕਰਨ ਲੱਗੇ ਤਾਂ ਕਿ ਮਰੀਜ਼ਾਂ ਨੂੰ ਘਰੇ ਹੀ ਆਕਸੀਜਨ ਪਹੁੰਚਾਈ ਜਾ ਸਕੇ। ਤੇ ਇਹਦੇ ਵਿੱਚ ਸਿਰਫ ਉਹਨਾਂ ਨੂੰ ਇਹ ਧਿਆਨ ਰੱਖਣਾ ਪਏਗਾ ਵੀ ਕੋਈ ਇਲੈਕਟ੍ਰਿਸਿਟੀ ਦਾ ਬੈਕਅਪ ਜ਼ਰੂਰ ਹੋਵੇ, ਜੇਕਰ ਲਾਈਟ ਚਲੀ ਜਾਂਦੀ ਹੈ ਤਾਂ ਉੱਥੇ ਕੋਈ UPS ਦਾ ਪ੍ਰਬੰਧ ਜਾਂ ਕੋਈ ਜਨਰੇਟਰ ਦਾ ਪ੍ਰਬੰਧ ਹੋਵੇ। ਐਂਡ ਅਸੀਂ ਸੈਕਟਰੀ ਰੈੱਡ ਕਰਾਸ ਨੂੰ ਇਹ ਵੀ ਕਿਹਾ ਵੀ ਜੇਕਰ
कुछ एमरजेंसी सिलेंडर भी रिजर्व रखो भी जिन्हां दे ऑक्सीजन कॉन्सनट्रेटर चल रहे हैं, कोई इस टाइप का बैकअप का इशू आता तो इमीडिएटली उत्थे ऑक्सीजन सिलेंडर भी मुहैया कराया जाए। सो ये असी होर जिहड़ी साडे कोल कंप्लेंट्स आ रही ने, डिमांड्स आ रही ने, उन्होंने एड्रैस करने लई होर इस टाइप के उपराले असी लगातार कर रहे हैं। ਰੈਸਟ੍ਰਿਕਸ਼ਨਸ ਨੂੰ ਵੀ ਲੈ ਕੇ ਜਿਹੜੇ ਮੈਂ ਦੇਖ ਰਿਹਾ ਹੋਰ ਅਸੀਂ ਜਲੰਧਰ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਛੂਟ ਦਿੱਤੀਆਂ ਨੇ, ਜਿਹੜੀ ਨੌਨ ਐਸੈਂਸ਼ੀਅਲ ਦੁਕਾਨਾਂ ਨੇ ਉਹ ਵੀ 3 ਵਜੇ ਤੱਕ ਖੁੱਲ੍ਹੀਆਂ ਰਹਿੰਦੀਆਂ ਨੇ। ਮੈਂ ਦੇਖ ਰਿਹਾ ਸੀਗਾ ਜਿੱਦਾਂ ਲੁਧਿਆਣੇ ਸਾਰਾ ਕੁਝ 12 ਵਜੇ ਬੰਦ ਹੋ ਜਾਂਦਾ ਹੈ, ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਔਡ ਈਵਨ ਜਾਂ ਲੈਫਟ ਰਾਈਟ ਦਾ ਸਿਸਟਮ ਹੈ, ਅਸੀਂ ਨੌਨ ਐਸੈਂਸ਼ੀਅਲ ਕੈਟੇਗਰੀਜ਼ ਨੂੰ ਛੂਟ ਦਿੱਤੀਆਂ ਨੇ ਤਾਂ ਕਿ ਛੋਟੇ ਦੁਕਾਨਦਾਰਾਂ ਦਾ ਹੋਰ ਨੁਕਸਾਨ ਨਾ ਹੋਵੇ। ਅਸੀਂ ਪ੍ਰਾਈਵੇਟ ਆਫਿਸਿਸ ਵੀ ਸਾਰੇ ਦਿਨ ਅਲਾਓ ਕੀਤੇ ਹੈ, ਜਿਹੜੇ 9 ਤੋਂ 3 ਜਿਹੜੇ ਆ ਆਲ ਡੇਜ਼ ਆਫ ਦ ਵੀਕ ਵੀਕਐਂਡ ਲੋਕਡਾਊਨ ਨੂੰ ਛੱਡ ਕੇ। ਸੋ ਕੁਛ ਡਿਮਾਂਡ ਸਾਡੇ ਕੋਲ ਹੋਰ ਆ ਰਹੀਆਂ ਨੇ, ਜਿੱਦਾਂ ਮੈਰਿਜ ਪੈਲੇਸ ਨੂੰ ਲੈ ਕੇ ਹੈ ਵੀ ਸ਼ਾਦੀ ਦੀ ਲਿਮਿਟ ਵਧਾ ਦਿੱਤੀ ਜਾਵੇ। ਟੈਕਸੀ ਆਪਰੇਟਰਸ ਨੂੰ ਵੀ ਦਿੱਕਤ ਹੈ ਕਿਉਂਕਿ ਉੱਥੇ ਵੀ ਹੈ। ਸੋ ਅਸੀਂ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਟੇਟ ਗੌਰਮੈਂਟ ਨੇ ਹਲੇ ਬਾਕੀ ਰੈਸਟ੍ਰਿਕਸ਼ਨਸ ਦੇ ਉੱਤੇ ਸਾਡੇ ਤੇ ਨਹੀਂ ਇਜਾਜ਼ਤ ਦਿੱਤੀ ਸਾਨੂੰ ਹੋਰ ਰਿਲੈਕਸੇਸ਼ਨ ਦੇਣ ਦੀ। ਉਹ ਜਿੱਦਾਂ ਵੀ ਸਾਡਾ ਰਾਬਤਾ ਕਾਇਮ ਹੁੰਦਾ ਸਟੇਟ ਗੌਰਮੈਂਟ ਦੇ ਨਾਲ ਅਸੀਂ ਇਹ ਫੀਡਬੈਕ ਲੈ ਕੇ ਜਾਵਾਂਗੇ, ਕਿਉਂਕਿ ਕੇਸਿਸ ਹਲੇ ਪੰਜਾਬ ਦੇ ਵਿੱਚ ਓਵਰਆਲ ਹਲੇ ਪੀਕ ਨਹੀਂ ਕੀਤੇ ਹੈ ਤੇ ਸ਼ਾਇਦ ਉੱਥੇ ਇਹ ਕੰਸਰਨ ਬਣਿਆ ਹੋਇਆ ਕਿਤੇ ਕੋਈ ਹੋਰ ਪਾਸੇ ਕੇਸਿਸ ਵੱਧ ਨਾ ਜਾਣ, ਤਾਂ ਇਸ ਕਰਕੇ। ਪਰ ਅਸੀਂ ਡਿਮਾਂਡ ਜਿਹੜੀ ਹੈ ਬਾਕੀ ਸੈਕਸ਼ਨਸ ਦੀ ਵੀ ਅਸੀਂ ਰੱਖ ਰਹੇ ਹਾਂ। ਜੇਕਰ ਕੋਈ ਹੋਰ ਤੁਹਾਡੀ ਵੀ ਡਿਮਾਂਡ ਹੈ, ਤੁਸੀਂ ਵੀ ਇੱਥੇ ਖਾਸ ਕਰ ਜਿਹੜਾ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਫੇਸਬੁੱਕ 'ਤੇ ਜਿੱਥੇ ਅਪਲੋਡ ਹੁੰਦਾ ਉੱਥੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਡਿਮਾਂਡ ਰੱਖ ਸਕਦੇ ਹੋ, ਅਸੀਂ ਉਹਨੂੰ ਵੀ ਟੇਕਅਪ ਕਰਾਂਗੇ। ਸੋ ਕੁਛ ਵੈਕਸੀਨੇਸ਼ਨਸ ਨੂੰ ਲੈ ਕੇ ਵੀ ਕੰਸਰਨ ਸੀਗੇ, ਕਿਉਂਕਿ ਇਹ ਗੱਲ ਠੀਕ ਹੈ ਵੀ ਜਿਹੜੀ ਅਸੀਂ ਪੰਜਾਬ ਗੌਰਮੈਂਟ ਤੋਂ ਡਿਮਾਂਡ ਗੌਰਮੈਂਟ ਆਫ ਇੰਡੀਆ ਨੂੰ ਭੇਜ ਰਹੇ ਹਾਂ ਉਹ ਪੂਰੀ ਨਹੀਂ ਮਿਲ ਰਹੀ ਹੈ, ਉਹ ਆਲਮੋਸਟ 1/3 ਹੀ ਮਿਲ ਰਹੀ ਹੈ। ਸੋ ਇਸ ਕਰਕੇ ਉਹ ਡਿਸਟ੍ਰਿਕਟਸ ਨੂੰ ਵੀ ਤਕਰੀਬਨ 1/3 ਡਿਮਾਂਡ ਹੀ ਦੇ ਅਗੇਂਸਟ ਹੀ ਮਿਲ ਰਹੀ ਹੈ। ਸੋ ਅਸੀਂ ਸਾਨੂੰ ਆਲਮੋਸਟ 15-16 ਹਜ਼ਾਰ ਵੈਕਸੀਨਸ ਮਿਲਦੀਆਂ ਨੇ ਹਰ ਤੀਜੇ ਦਿਨ, ਪਰ ਜਿਹੜੀ ਸਾਡੀ ਆਰਾਮ ਨਾਲ ਅਸੀਂ 10,000 ਦੇ ਆਸ-ਪਾਸ ਤਾਂ ਡੇਲੀ ਲੱਗ ਜਾਂਦੀਆਂ ਨੇ। ਸੋ ਇਸ ਕਰਕੇ ਉਹ ਜ਼ਰੂਰ ਦਿੱਕਤ ਆ ਰਹੀ ਹੈ, ਬਟ ਇਹ ਅਸੀਂ ਗੌਰਮੈਂਟ ਆਫ ਇੰਡੀਆ ਨਾਲ ਲਗਾਤਾਰ ਟੇਕਅਪ ਕਰ ਰਹੇ ਹਾਂ ਵੀ ਪੰਜਾਬ ਦਾ ਕੋਟਾ ਵਧਾਇਆ ਜਾਵੇ। ਸੋ ਉਸ ਦੇ ਉੱਤੇ ਪੂਰਾ ਉਪਰਾਲਾ ਲੱਗੇ ਹੋਏ ਹੈ। ਤੇ ਇਹ ਵੀ ਅਸੀਂ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਕਿਸੇ ਦੇ ਫਸਟ ਡੋਜ਼ ਲੱਗੀ ਹੈ ਤਾਂ 6 ਹਫ਼ਤੇ ਤੋਂ 2 ਮਹੀਨੇ ਵੀ ਹੋ ਜਾਂਦੇ, 2.25 ਮਹੀਨੇ ਵੀ ਹੋ ਜਾਂਦੇ, ਤਾਂ ਕੋਈ ਐਡਵਰਸ ਰਿਐਕਸ਼ਨ ਵਾਲੀ ਕੋਈ ਘਬਰਾਉਣ ਵਾਲੀ ਲੋੜ ਨਹੀਂ ਹੈ। ਜਿੱਦਾਂ ਵੀ ਸਾਡੇ ਕੋਲ ਹੁਣ ਸਪਲਾਈ ਕਿਉਂਕਿ ਘੱਟ ਆ ਰਹੀ ਹੈ ਪਿੱਛੇ ਤੋਂ, ਤੇ ਇਹ ਅਸੀਂ ਪ੍ਰਾਇਰਟਾਈਜ਼ ਕਰਾਂਗੇ ਵੀ ਜਿਨ੍ਹਾਂ ਦੀ ਦੂਜੀ ਡੋਜ਼ ਲੱਗਣੀ ਹੈ ਉਹਨਾਂ ਨੂੰ ਪ੍ਰਾਇਰਟੀ ਦੇ ਆਧਾਰ 'ਤੇ ਕਲੀਅਰ ਕੀਤਾ ਜਾਵੇ ਤਾਂ ਕਿ ਜਿਹੜਾ ਉਹ ਬੂਸਟਰ ਡੋਜ਼ ਹੈ ਉਹਦਾ ਜ਼ਿਆਦਾ ਪ੍ਰਭਾਵ ਪੈ ਸਕੇ। ਇਸ ਤੋਂ ਇਲਾਵਾ ਜਿਹੜੀ ਹੋਰ ਸਾਨੂੰ ਹੌਸਪੀਟਲ ਬੈੱਡ ਅਵੇਲੇਬਿਲਿਟੀ ਹੈ, ਮੈਂ ਦੱਸਿਆ ਤੁਹਾਨੂੰ ਇਹ ਸਾਡੀ ਸਾਰੀ ਸਫੀਸ਼ੀਐਂਟ ਹੈ। ਤੁਸੀਂ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ 222 44 17, ਇਸ ਦੇ ਉੱਤੇ ਕਦੇ ਵੀ ਕਾਲ ਕਰਕੇ ਹੌਸਪੀਟਲ ਬੈੱਡ ਪੁੱਛ ਸਕਦੇ ਹੋ। ਤੁਸੀਂ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਲੰਧਰ ਦੀ ਵੈਬਸਾਈਟ ਜਿਹੜੀ ਹੈਗੀ ਉਸ ਦੇ ਉੱਤੇ ਜਾ ਕੇ jalandhar.nic.in ਉਸ ਦੇ ਉੱਤੇ ਵੀ ਹੌਸਪੀਟਲ ਬੈੱਡ ਦਾ PDF ਡੇਲੀ ਅਪਲੋਡ ਹੁੰਦਾ ਸ਼ਾਮ ਨੂੰ ਵੀ ਕਿਸ ਹੌਸਪੀਟਲ ਦੇ ਵਿੱਚ ਕਿੰਨੇ ਬੈੱਡ ਖਾਲੀ ਨੇ, ਉੱਥੋਂ ਤੁਸੀਂ ਕਲੀਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਕਈ ਵਾਰ ਸਾਨੂੰ ਕਾਲ ਆਉਂਦੀ ਸੀਗੀ ਰੈਮਡੈਸਿਵਿਰ ਦੇ ਬਾਰੇ, ਹੋਰ ਦਵਾਈਆਂ ਦੀ ਤਾਂ ਨਹੀਂ, ਰੈਮਡੈਸਿਵਿਰ ਦੀ ਵੀ ਕਾਫੀ ਅਸੀਂ ਸ਼ਾਰਟੇਜ ਹੁਣ ਪੂਰੀ ਕਰ ਦਿੱਤੀ ਹੈ। ਹਸਪਤਾਲਾਂ ਦੇ ਵਿੱਚ ਤਕਰੀਬਨ ਰੋਜ਼ 400-500 ਰੈਮਡੈਸਿਵਿਰ ਦੇ ਇੰਜੈਕਸ਼ਨ ਭੇਜੇ ਜਾ ਰਹੇ ਨੇ। ਉਹ ਹਸਪਤਾਲਾਂ ਦਾ ਗਰੁੱਪ ਇੱਕ ਬਣਿਆ ਹੋਇਆ ਹੈ ਸਾਰੇ, ਉੱਥੇ ਵੀ ਅਸੀਂ ਪੋਸਟ ਕਰ ਦਿੰਦੇ ਵੀ ਕਿਸ ਹਸਪਤਾਲ ਨੂੰ। ਸੋ ਬਾਈ ਐਂਡ ਲਾਰਜ ਰੈਮਡੈਸਿਵਿਰ ਦੀ ਵੀ ਪੋਜੀਸ਼ਨ ਕੰਫਰਟੇਬਲ ਹੈ। ਫਿਰ ਵੀ ਕਿਸੇ ਨੂੰ ਕੋਈ ਰੈਮਡੈਸਿਵਿਰ ਦੀ ਸ਼ਾਰਟੇਜ ਆਉਂਦੀ ਹੈ ਤਾਂ 222 44 17 ਦੇ ਉੱਤੇ ਤੁਸੀਂ ਪੁੱਛ ਸਕਦੇ ਹੋ, ਅਸੀਂ ਜ਼ਰੂਰ ਉੱਥੇ ਪਹੁੰਚਾ ਦੇਵਾਂਗੇ ਰੈਮਡੈਸਿਵਿਰ। ਇਸ ਤੋਂ ਇਲਾਵਾ ਕਈ ਵਾਰ ਇੱਕ ਇੰਜੈਕਸ਼ਨ ਹੋਰ ਬੜਾ ਰੇਅਰ ਸਰਕਮਸਟੈਂਸਿਸ ਦੇ ਵਿੱਚ ਲੱਗਦਾ ਹੈ ਜਿਹਦਾ ਨਾਮ ਹੈ ਟੋਸੀਲੀਜ਼ੂਮਾਬ। ਟੋਸੀਲੀਜ਼ੂਮਾਬ ਦੀ ਜ਼ਰੂਰ ਗੌਰਮੈਂਟ ਆਫ ਇੰਡੀਆ ਤੋਂ ਜਿਹੜੀ ਸਪਲਾਈ ਕੰਟਰੋਲਡ ਹੁੰਦੀ ਹੈ ਬੜੀ ਲਿਮਿਟਿਡ ਆਉਂਦੀ ਹੈ, तो इस करके हर केस दे विच टोसिलीजुमाब जिहड़ी है अवेलेबिलिटी कराना औखा हो रखा है। पर उहदे दो अल्टरनेटिव है जेकर वो डॉक्टर्स प्रेसक्राइब करते हैं, एक इटोलीजुमाब है तो दूजा उहदा बेवासीजुमाब करके एक इंजैक्शन उहदा रिप्लेसमेंट च देंदे ने। वो असी जरूर इधर उधरों अरेंज करके जरूर जिहड़ी सानू कोई डिस्ट्रेस कॉल आती है तो असी बेवासीजुमाब होर सप्लायर्स को अवेलेबल सीगी, बट ये क्योंकि एज पर प्रोटोकॉल डॉक्टर ही देख सकते हैं भी ये रिप्लेसमेंट से जेकर वो प्रेसक्राइब करते हैं तो वो असी जरूर ट्राई करते हैं। सो ਇਹਦਾ ਟੋਸੀਲੀਜ਼ੁਮਾਬ ਦਾ ਤਾਂ ਨਹੀਂ, ਬਟ ਬੇਵਾਸੀਜ਼ੁਮਾਬ ਦੀ ਇੰਜੈਕਸ਼ਨ ਜਿਹੜੇ ਰਿਪਲੇਸਮੈਂਟ ਹੈ ਉਹ ਵੀ ਅਸੀਂ 222 44 17 ਤੇ ਤੁਸੀਂ ਫੋਨ ਕਰ ਸਕਦੇ ਹੋ, ਕਿਉਂਕਿ ਉਹਦੀ ਅਵੇਲੇਬਿਲਿਟੀ ਹਲੇ ਵੀ ਥੋੜੀ ਠੀਕ ਬਣੀ ਹੋਈ, ਤਾਂ ਅਸੀਂ ਇੱਧਰ ਉੱਧਰੋਂ ਹਰ ਹਿੱਲੇ ਕੋਸ਼ਿਸ਼ ਕਰਕੇ ਜ਼ਰੂਰ ਇਨਸ਼ੋਰ ਕਰਾਵਾਂਗੇ ਵੀ ਜਲੰਧਰ ਨਿਵਾਸੀਆਂ ਨੂੰ ਇਹ ਇੰਜੈਕਸ਼ਨ ਵੀ ਮਿਲ ਜਾਵੇ, ਜਿਹੜਾ ਕਿ ਅਦਰਵਾਈਜ਼ ਬੜਾ ਰੇਅਰ ਹੈ। तो ये बाय एंड लार्ज मैं गल्लां सांझियां करना चाह रही सीगे। सो मैनूं उम्मीद है भी साडा जिहड़ा हैगा इस हफ्ते 10 दिनां दे विच ट्रेंड पूरा क्लीयर हो जाना चाहिए एंड शायद पेशेंट पीक करके डिक्लाइनिंग मोड दे विच आ जाण। तां मेरी आही लास्ट अपील है भी आपां नूं रेस्ट्रिक्शनस भी काफ़ी
ਅਸੀਂ ਰਿਲੈਕਸੇਸ਼ਨ ਵੱਧ ਤੋਂ ਵੱਧ ਜਲੰਧਰ ਡਿਸਟ੍ਰਿਕਟ ਦੇ ਵਿੱਚ ਦਿੱਤੀਆਂ ਨੇ। ਸੋ ਆਪਾਂ ਜਿੰਨੀ ਵੱਧ ਤੋਂ ਵੱਧ ਪ੍ਰੀਕਾਸ਼ਨ ਦੇ ਵਿੱਚ ਇਹਨੂੰ ਕਰ ਸਕਦੇ ਉਹ ਕਰੀਏ, ਤਾਂ ਕਿ ਅਸੀਂ ਸਾਨੂੰ ਐਨੇਬਲ ਕਰੂਗਾ ਵੀ ਜਿੱਦਾਂ ਜਿੱਦਾਂ ਕੇਸਿਸ ਘਟਣਗੇ ਅਸੀਂ ਹੋਰ ਵੱਧ ਤੋਂ ਵੱਧ ਰਿਲੈਕਸੇਸ਼ਨ ਦੇਵਾਂਗੇ। ਐਂਡ ਇਹ ਮੈਂ ਅਰਦਾਸ ਕਰਦਾ ਰੱਬ ਅੱਗੇ ਵੀ ਅਸੀਂ ਇੱਕ 24 ਘੰਟੇ ਦੁਬਾਰਾ ਸਾਰਾ ਸਿਸਟਮ ਖੋਲੀਏ। ਸੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ।